ਅਮਨਦੀਪ ਜੀ, ਕਿਉਂਕਿ ਦੇਖਿਆ ਜਾਏ ਲੱਖਾਂ ਦੀ ਗਿਣਤੀ ਦੇ ਵਿੱਚ ਯੂਏ ਦੇ ਵਿੱਚ ਬਹੁਤ ਸਾਰੇ ਭਾਰਤੀ ਨੇ ਜਿਹੜੇ ਕੰਮ ਕਰ ਰਹੇ ਨੇ, ਕਿਸੇ ਦਾ ਬਿਜ਼ਨਸ ਹੈ। ਹੁਣ ਜੋ ਫਿਲਹਾਲ ਕਰੰਟ ਸਿਚੁਏਸ਼ਨ ਹੈ, ਜੇ ਇੱਥੇ ਨਹੀਂ ਰੁਕਦੀ ਤਾਂ ਇਹਦਾ ਕੀ ਜਿਹੜਾ ਆਫਟਰ ਇਫੈਕਟ ਦੇਖਣ ਨੂੰ ਮਿਲ ਸਕਦਾ ਹੈ? ਜੀ ਬਿਲਕੁਲ। ਜੇ ਤਾਂ ਸਿਚੁਏਸ਼ਨ ਜਿਹੜੀ ਆ ਕੰਟਰੋਲ ਹੋ ਜਾਂਦੀ ਆ ਫਿਰ ਤੇ ਇਟਸ ਅ ਵੈਲ ਐਂਡ ਗੁੱਡ। ਬਟ ਜੇ ਵਿਦਿਨ 2-3 ਡੇਜ਼ ਜੇ 2 ਡੇਜ਼ ਤੋਂ ਹੋਰ ਜ਼ਿਆਦਾ ਹੋ ਜਾਂਦਾ ਤਾਂ ਇਹ ਆਈ ਥਿੰਕ ਸਾਰੇ ਗਲਫ ਲਈ ਬਹੁਤ ਵੱਡੀ ਪ੍ਰੋਬਲਮ ਕ੍ਰੀਏਟ ਕਰੇਗਾ। ਕਿਉਂਕਿ ਜਿੰਨਾ ਵੀ ਮਟੀਰੀਅਲ ਆ ਰਿਹਾ ਹੈ ਜਾਂ ਬਾਈ ਸ਼ਿਪ ਆ ਰਹੇ ਨੇ, ਬਾਈ ਸੀ ਆਉਂਦਾ, ਇਹ ਬਾਇਆ ਇਰਾਨ ਆਉਂਦਾ। ਇਸ ਵੇਲੇ ਉਹ ਜਿਹੜੀ ਆ ਸਾਰੀ ਚੀਜ਼ ਤੇ ਰਿਸਟ੍ਰਿਕਸ਼ਨ ਲੱਗੀ ਹੋਈ ਆ ਤੇ ਬਾਈ ਏਅਰ ਆਲਰੇਡੀ ਬੰਦ ਆ। ਅਜੇ ਸਿਚੁਏਸ਼ਨ ਅੰਡਰ ਕੰਟਰੋਲ ਹੈ ਕਿ ਹਰ ਇੱਕ ਬੰਦੇ ਨੂੰ ਇਹ ਲੱਗ ਰਿਹਾ ਕਿ ਹਾਂ ਜੀ ਇਹ ਜਲਦੀ ਚੀਜ਼ਾਂ ਨਾਰਮਲ ਠੀਕ ਹੋ ਜਾਣਗੀਆਂ। ਬਟ ਜੇ ਲੌਂਗ ਟਾਈਮ ਚੱਲਦਾ ਤੇ ਓਬਵੀਅਸਲੀ ਇਸ ਚੀਜ਼ ਦਾ ਬਹੁਤ ਇਫੈਕਟ ਪਏਗਾ ਬਿਜ਼ਨਸ ਤੇ ਵੀ, ਤੇ ਨਾਰਮਲ ਜਿਹੜੀ ਲਾਈਫ ਹੈ ਉਹ ਵੀ ਫਿਰ ਪੈਨਿਕ ਹੋਣੀ ਸਟਾਰਟ ਹੋ ਸਕਦੀ ਆ। ਬਟ ਟਿਲ ਨਾਓ ਅਜੇ ਇਦਾਂ ਦੀ ਕੋਈ ਪ੍ਰੋਬਲਮ ਹੈ ਨਹੀਂ। ਅਮਨਦੀਪ ਜੀ, ਸਮਝਣਾ ਚਾਹਾਂਗੇ ਕਿਉਂਕਿ ਵੱਡੀ ਗਿਣਤੀ 'ਚ ਪੰਜਾਬੀ ਵੀ ਯੂਏਈ ਦੁਬਈ ਦੇ ਵਿੱਚ ਰਹਿੰਦੇ ਨੇ, ਅਰਬ ਕੰਟਰੀਜ਼ 'ਚ ਰਹਿੰਦੇ ਨੇ। ਪੰਜਾਬੀ ਇਸ ਪੂਰੀ ਸਿਚੁਏਸ਼ਨ ਨੂੰ ਕਿਵੇਂ ਦੇਖ ਰਹੇ ਨੇ? ਕੀ ਉਹਨਾਂ 'ਚ ਡਰ ਦਾ ਮਾਹੌਲ ਹੈ? ਕੀ ਉਹ ਭਾਰਤ ਵਾਪਸ ਆਉਣਾ ਚਾਹੁੰਦੇ ਨੇ ਜਾਂ ਫਿਰ ਉਹ ਕਿਹੜੀ ਪ੍ਰੀਕਾਸ਼ਨਸ ਦਾ ਇਸਤੇਮਾਲ ਕਰ ਰਹੇ ਨੇ? ਕੀ ਗਾਈਡਲਾਈਨਸ ਜਿਹੜੀਆਂ ਦਿੱਤੀਆਂ ਗਈਆਂ ਨੇ ਇਹਨਾਂ ਸਰਕਾਰਾਂ ਦੁਆਰਾ? ਜੇ ਐਕਚੁਅਲ ਦੇ ਵਿੱਚ ਦੇਖਿਆ ਜਾਵੇ ਤਾਂ ਯੂਏਈ ਦੇ ਵਿੱਚ 90% ਪੋਪੂਲੇਸ਼ਨ ਜਿਹੜੀ ਸਾਰੀ ਆਊਟਸਾਈਡ ਹੀ ਹੈ ਜੀ। ਆਪਾਂ ਇਕੱਲੇ ਪੰਜਾਬ ਨੂੰ ਟਾਰਗੇਟ ਬੇਸ਼ੱਕ ਨਾ ਵੀ ਕਰੀਏ, 90% ਪੋਪੂਲੇਸ਼ਨ ਤੇ ਸਾਰੀ ਆਊਟ ਆਫ ਕੰਟਰੀਜ਼ ਨੇ, ਕੋਈ ਕਿਤੇ ਨੇ, ਕੋਈ ਫਿਲੀਪੀਨ ਜਾਂ ਸਾਰੀਆਂ ਅਲੱਗ ਡਿਫਰੈਂਟ ਕੰਟਰੀਜ਼ ਤੋਂ ਨੇ। ਤੇ ਜੇ ਆਪਾਂ ਇਕੱਲੇ ਪੰਜਾਬੀਆਂ ਦੀ ਵੀ ਗੱਲ ਕਰਦੇ ਹਾਂ, ਕੋਈ ਇਦਾਂ ਦੀ ਪੈਨਿਕ ਸਿਚੁਏਸ਼ਨ ਨਹੀਂ ਕਿ ਕੋਈ ਬੰਦਾ ਜਾਣਾ ਚਾਹੁੰਦਾ ਕਿ ਮੈਂ ਇੰਡੀਆ ਚਲਾ ਜਾਵਾਂ ਜਾਂ ਮੈਂ ਇੱਥੋਂ ਨਿਕਲਾਂ। ਅਜੇ ਤੱਕ ਕਿਸੇ ਦੇ ਵੀ 1% ਇਦਾਂ ਦੀ ਕੋਈ ਮਾਈਂਡ ਦੇ ਵਿੱਚ ਕੋਈ ਗੱਲ ਹੈ ਨਹੀਂ। ਔਰ ਸੈਕੰਡਲੀ ਜਿਹੜੀ ਇਹਨਾਂ ਨੇ ਗਾਈਡਲਾਈਨਸ ਆ, ਅਜੇ ਤੱਕ ਕੋਈ ਵੀ ਇਹੋ ਜਿਹੀ ਪੈਨਿਕ ਗਾਈਡਲਾਈਨਸ ਜਾਂ ਇਦਾਂ ਨਹੀਂ ਕਿਹਾ ਗਿਆ। ਉਹ ਕਹਿੰਦੇ ਵੀ ਜੇ ਜ਼ਰੂਰਤ ਹੈ ਤੇ ਆਪਣਾ ਬਾਹਰ ਆਊਟਿੰਗ ਕਰਨ ਜਾਓ। ਇਫ ਦੇਰ ਇਜ਼ ਨੋ ਨੀਡ ਦੈਨ ਯੂ ਹੈਵ ਟੂ ਸਟੇ ਦੇਅਰ ਐਟ ਹੋਮ, ਲਾਈਕ ਮਤਲਬ ਅਨਨੈਸੈਸਰਲੀ ਨਾ ਘੁੰਮੋ। ਅਦਰਵਾਈਜ਼ ਤੁਸੀਂ ਠੀਕ ਹੋ ਜਿੱਥੇ ਵੀ ਹੋ, ਬਿਨਾਂ ਕਿਸੇ ਮਤਲਬ ਤੋਂ ਕੋਈ ਵੀ ਡਿਸਟਰੈਕਸ਼ਨ ਜਾਂ ਕਿਸੇ ਤਰੀਕੇ ਦੀ ਵੀ ਪੈਨਿਕ ਸਿਚੁਏਸ਼ਨ ਨੂੰ ਅਜੇ ਤੱਕ ਇਦਾਂ ਨਹੀਂ ਦਿਖਾਇਆ ਗਿਆ ਕਿ ਕੁਛ ਇਦਾਂ ਦੀ ਪ੍ਰੋਬਲਮ ਹੈ। ਔਰ ਜਿਹੜੇ ਅਸੀਂ ਵੀ ਬੈਠੇ ਹਾਂ ਜਾਂ ਨਾਰਮਲ ਵੀ ਸਾਡੀ ਲਾਈਫ ਕੁਛ ਇਦਾਂ ਲੱਗ ਨਹੀਂ ਰਿਹਾ ਕਿ ਅਜੇ ਕੁਛ ਇਦਾਂ ਦੀ ਗੱਲ ਹੈ। ਬਟ ਹਾਂ, ਇੱਕ ਇਹ ਚੀਜ਼ ਜ਼ਰੂਰ ਕਲੀਅਰ ਹੈ ਕਿ ਜੇ ਇਹ ਚੀਜ਼ ਲੰਬਾ ਟਾਈਮ ਚੱਲਦੀ ਹੈ ਜਾਂ 2 ਦਿਨ ਹੋਰ ਚੱਲ ਜਾਂਦੀ ਆ, ਫਿਰ ਇਸ ਦਾ ਇਫੈਕਟ ਜਿਹੜਾ ਬਹੁਤ ਭਿਆਨਕ ਹੋ ਸਕਦਾ ਜੀ। ਸਹਿਗਲ ਸਾਹਿਬ, ਜਦੋਂ ਇਸ ਪੂਰੀ ਸਿਚੁਏਸ਼ਨ ਨੂੰ ਹਰ ਕੋਈ ਵਾਚ ਕਰ ਰਿਹਾ ਤਾਂ ਸਵਾਲ ਇਹੀ ਹੈ, ਕਿਉਂਕਿ ਜੰਗ ਇੱਕ ਨਾ ਇੱਕ ਦਿਨ ਕਿਤੇ ਨਾ ਕਿਤੇ ਜਾ ਕੇ ਤਾਂ ਰੁਕਦੀ ਹੈ। ਹੁਣ ਇਸ ਜੰਗ ਦੇ ਵਿੱਚ ਕੀ ਮੰਨਿਆ ਜਾ ਸਕਦਾ? ਕਿਹੜੀ ਇਹੋ ਜਿਹੀ ਸਿਚੁਏਸ਼ਨ ਹੋ ਸਕਦੀ ਹੈ ਜਿੱਥੇ ਦੋਵਾਂ ਦੇਸ਼ਾਂ ਦੇ ਵਿੱਚੋਂ ਜਾਂ ਦੋਵਾਂ ਧਿਰਾਂ ਦੇ ਵਿੱਚੋਂ ਕੋਈ ਦੇਸ਼ ਜਿਹਨੂੰ ਲੱਗਦਾ ਹੈ ਕਿ ਸ਼ਾਇਦ ਹੁਣ ਆਪਣੀ ਇੱਜ਼ਤ ਬਚਾ ਕੇ ਰੁਕ ਜਾਣਾ ਚਾਹੀਦਾ? ਇਹੋ ਜਿਹੀ ਸਿਚੁਏਸ਼ਨ ਤੁਹਾਨੂੰ ਲੱਗਦਾ ਕਿ ਇਸ ਪੂਰੇ ਸੀਨ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੀ ਹੈ? देखो, सिचुएशन काफी ज्यादा खतरनाक है, काफी ज्यादा डेंजरस है। पूरी दुनिया प्रभावित हो रही है। सोने चांदी की कीमतें बढ़ जाएगी, इन्फ्लेशन बढ़ जाएगी, इकोनॉमी बढ़ जाएगी और स्टॉक मार्केट पे ऐसे हुए। जहाँ तक हिंदुस्तान का ताल्लुक है, हिंदुस्तान जो है उसके अच्छे ताल्लुकात है ईरान के साथ में भी, इसराइल के साथ में भी, अमेरिका के साथ में भी, पैलेस्टीन के साथ में भी। और हिंदुस्तान का बहुत बड़े पैमाने पर डायस्पोरा है। अगर हिंदुस्तान को डायस्पोरा को इवैक्यूएट करना पड़ा, ईरान से तो करना पड़ेगा। बहुत बड़े पैमाने पर हिंदुस्तान की इकोनॉमी बैठेगी। हंड्रेड्स ऑफ हवाई जहाज बढ़ेंगे इनको 9.5 मिलियन को रिक्रूट करने के लिए। हम चाहेंगे कि जंग जल्दी से जल्दी रुके, क्योंकि जितने दिन जंग और बढ़ेगी उतना ही देश को नुकसान होगा, उतना ही दुनिया को नुकसान होगा। डोनाल्ड ट्रंप ने ये कार्रवाई की है, बहुत ही ज्यादा खतरनाक कार्रवाई है। इसके लिए और बढ़ती जा रही है। जैसे कि मैंने पहले कहा कि ईरान जो है नॉट अ मिलिट्री पुशओवर। और सैगल साहब, सऊदी अरब और जार्डन वर्गे देश ਉਹ ਬਿਲਕੁਲ ਚੁੱਪ ਨੇ ਇਸ ਪੂਰੇ ਸੀਨ ਦੇ ਵਿੱਚ, ਔਰ ਹਰ ਕਿਸੇ ਦੇ ਜ਼ਿਹਨ 'ਚ ਸਵਾਲ ਵੀ ਇਹੀ ਆ ਰਿਹਾ ਕਿ ਇਹ ਦੇਸ਼ ਕਿਉਂ ਚੁੱਪ ਨੇ? ਹੁਣ ਇੱਥੇ ਦੋ ਸਿਚੁਏਸ਼ਨਸ ਨੇ, ਜਾਂ ਤਾਂ ਇਰਾਨ ਦਾ ਡਰ ਇਹਨਾਂ ਦੋਵਾਂ ਦੇਸ਼ਾਂ ਨੂੰ, ਜਾਂ ਫਿਰ ਕਿਤੇ ਨਾ ਕਿਤੇ ਅੰਦਰ ਖਾਤੇ ਕਿਤੇ ਇਹ ਤਾਂ ਨਹੀਂ ਕਿ ਇਜ਼ਰਾइल ਦਾ साथ दे रहे हों। पहले जितने भी अरब नेशन थे उन्होंने साफ तौर पे कहा था कि हम अपनी एयर स्पेस को अवेलेबल नहीं करेंगे अमेरिका के लिए। लेकिन उनकी ये कहने का पीछे का मकसद था कि उनके ऊपर किसी प्रकार का हमला नहीं। अभी जहाँ तक ईरान का ताल्लुक है, ईरान ने 9 देशों को 27 बेसिक के ऊपर हमला किया है, जिसकी वजह से कल रात को जी बिल्कुल सैगल साहब जी। संजीव श्रीवास्तव जी, ਤੁਹਾਡੇ ਤੋਂ ਆਉਂਦੇ ਆ ਕਿਉਂਕਿ ਲਗਾਤਾਰ ਆਪਾਂ ਦੇਖ ਰਹੇ ਕਿ ਭਾਰਤ ਵਾਸਤੇ ਜਿਹੀ ਸਿਚੁਏਸ਼ਨ ਬਣੀ ਆ ਕਿ ਅੱਗੇ ਕੂਆ ਪਿੱਛੇ ਖਾਈ। ਇੱਕ ਸਾਈਡ ਅਮਰੀਕਾ ਦਾ ਇੱਕ ਸਾਡਾ ਸਟ੍ਰੈਟੇਜਿਕ ਪਾਰਟਨਰ ਆ, ਦੂਸਰੀ ਸਾਈਡ ਅਗਰ ਆਪਾਂ ਦੇਖੀਏ ਈਰਾਨ ਨਾਲ ਸਾਡੇ ਪੁਰਾਣੇ ਨਾਤੇ ਵੀ ਨੇ। ਅਜਿਹੇ ਦੇ ਵਿੱਚ ਭਾਰਤ ਲਈ ਕਿੰਨੀ ਵੱਡੀ ਚੁਣੌਤੀ ਹੈ ਡਿਪਲੋਮੈਸੀ ਦੀ ਜਾਂ ਫਿਰ ਜਿਓਪੋਲਿटिकल ਜਿਹੜੀ ਟੈਂਸ਼ਨਸ ਵਧ रही ने, भारत वास्ते कितनी बड़ी चुनौती है? देखिए, भारत का जो चाहे ईरान के प्रति हमारा जो अप्रोच रहता है
और या अमेरिका के प्रति, दोनों ही एक संतुलित अप्रोच के साथ हम चलते हैं। हमारे लिए कोई ज़्यादा ऐसी दुविधा की वर्तमान की स्थिति नहीं है। और ये जो आपने इस्तेमाल किया शब्द आगे कुआं पीछे खाई, ये मैं पाकिस्तान के संदर्भ में जरूर कह सकता हूँ कि वहाँ पर ये ये स्थिति जरूर है। अभी आज ही कराची में वहाँ पर जिस तरीके से यूएस के कॉन्सुलेट पे वहाँ की भीड़ ने हमला किया है, और उसके बाद यदि पाकिस्तान उनका समर्थन, उनको सपोर्ट करेगा तो फिर अमेरिका नाराज हो जाएगा, और अमेरिका को अगर सपोर्ट करेगा तो कट्टरपंथी नाराज होंगे। तो पाकिस्तान के लिए जरूर ये स्थिति है, लेकिन भारत के लिए ऐसा नहीं है। भारत की इन सारी स्थितियों पर बहुत पैनी नजर है। भारत के दोनों ही, ईरान और इजराइल और अमेरिका के साथ, सभी के साथ एक अच्छे संबंध रहे हैं। भारत के प्रधानमंत्री ने अभी इजराइल की यात्रा भी की है, और वहीं ईरान के साथ हमारे जो संबंधों का जो आधार है वो हमारा पीपल टू पीपल कनेक्ट, सिविलाइजेशनल टाइज, उस सभी को भारत बहुत सम्मान करता है। भारत के विदेश मंत्रालय ने इन सारी स्थितियों पर अपनी गहरी चिंता व्यक्त की और एक डायलॉग और डिप्लोमेसी के ऊपर बल देने की बात कही है, डी एस्केलेशन की बात कही है। तो भारत तो हमेशा से संवाद का पक्षधर रहा है, जो सभ्यताओं के बीच में संवाद का पक्षधर रहा है। हमारे प्रधानमंत्री श्री नरेंद्र मोदी ने अभी इजराइल की संसद में जिस तरीके का भाषण दिया, उसमें उन्होंने संवाद की ही बातें कही, और जाहिर है कि भारत का बहुत सम्मान किया जाता है। और एक बात मैं अवश्य कहना चाहता हूं कि भारत की जो मिडिल ईस्ट रीजन के राष्ट्रों के साथ जो अब नीति है वो डीहाइफेनेटेड है, यानी कि हम इजराइल के साथ एक अलग तरीके से डील करते हैं और फिलिस्तीन के साथ अलग तरीके से डील करते हैं, ईरान के साथ हमारे संबंध अलग तरीके के होते हैं। हम उन संबंधों को एक तराजू पर नहीं तोलते। इजराइल और पैलेस्टाइन को एक तराजू पर तोलने की जो नीति कभी हुआ करती थी भारत की सरकारों में, उसको हम त्याग चुके हैं। और आपके दर्शकों के लिए मैं बताना चाहता हूं कि भारत के प्रधानमंत्री श्री नरेंद्र मोदी जब 2017 में इजराइल की यात्रा पर गए थे, तो पहले वो सिर्फ इजराइल की यात्रा पर गए, फिलिस्तीन की यात्रा पर उसी समय नहीं गए। लेकिन कभी ऐसा हुआ करता था कि जो अनेक अधिकारी मंत्री होते थे वो वहां उन यात्राओं पर जाते थे। इस जगह पर अगर कोई गया है तो जाहिर है कि उसी समय वो ਜੀ उसी ਜੀ ਸੰਜੀਵ ਜੀ ਬਣੇ ਰਹੋ ਤੁਸੀਂ। ਪਟਨਾਇਕ ਸਾਹਿਬ ਵੀ ਬਣੇ ਹੋਏ ਨੇ, ਉਹਨਾਂ ਤੋਂ ਇੱਕ ਸਵਾਲ ਲੈਂਦੇ ਆ। ਪਟਨਾਇਕ ਸਾਹਿਬ, ਕਿਉਂਕਿ ਕਦੇ ਵੀ ਕਿਸੇ ਵੀ ਦੇਸ਼ ਦੇ ਵਿਚਾਲੇ ਜਦੋਂ ਜੰਗ ਲੱਗਦੀ ਹੈ, ਕਿਉਂਕਿ ਗੱਲ ਸਾਰੀ ਡਿਪਲੋਮੇਸੀ ਦੀ ਹੈ, अगर डिप्लोमेसी काम नहीं कर रही है, क्योंकि जो जंग लग जाती है फिर उत्थे बारूद काम करता है, फिर टेबल टॉक खत्म हो जाती है, लेकिन किते ना किते जाके विराम चिन्ह जरूर लगता है। हुण इस सिचुएशन दे विच तुहानूं लगदा कोई उम्मीद है कि गल डिप्लोमेसी की तरफ जा सकती है, या फिर हुण तीर कमान चों निकल चुका है? देखिए, डिप्लोमेसी एंड डायलॉग जो है दोनों तरीका से हम रिजॉल्व कर सकते हैं क्राइसिस को। आप देखिए, जो गल्फ का बात कर रहे हैं उसमें कौन डिप्लोमेसी करेगा, सबसे बड़ा मुद्दा है, क्योंकि भारत का पोजीशन डेफिनेटली दोनों के साथ अच्छा है, इजराइल के साथ भी अच्छा है और आपका ईरान के साथ भी अच्छा है, क्योंकि हम स्ट्रेटेजिक ऑटोनॉमी और इस मल्टी अलाइनमेंट पॉलिसी में बिलीव करते। तो और ईरान हमारा सिविलाइजेशनल नेबर भी है, और इसके साथ इजराइल भी हमारा स्ट्रेटेजिक पार्टनरशिप है। तो इसीलिए मैं सोच रहा हूं कि अगर ये मेजर पावर्स ऑफ ग्लोबल साउथ अगर कहीं एक कॉमन अप्रोच रखते तो ये मैटर को रिजॉल्व किया जा सकता है। नहीं तो क्या होगा ना, आपका एक ग्लोबल इकोनॉमिक क्राइसिस होगा। आप ग्लोबल सप्लाई चेन देखिए जो हो रहा है एट द प्रेजेंट मोमेंट, आपका एशिया सेंट्रिक है। फूड सप्लाई चेन, फार्मास्यूटिकल सप्लाई चेन, स्मार्टफोन सप्लाई चेन, ऑटोमोबाइल सप्लाई चेन, सारा एशिया डिपेंडेंट है। और ये हॉर्मुज स्ट्रेट में कुछ भी होता है, आपका 30% ऑयल और 20% गैस रिजर्व्स का आपके लिए बंद हो जाएगा। ये सिर्फ एनर्जी क्राइसिस नहीं होगा, इसका ग्लोबल इन्फ्लेशन भी बढ़ेगा, ग्लोबल इकोनॉमिक फैक्टर्स भी आ जाएगा। तो मेरे ख्याल से डिप्लोमेसी, डायलॉग, these are the two skills to resolve this crisis। जी बिल्कुल। अमनदीप जी, ਤੁਹਾਡੇ ਕੋਲ ਆਉਂਦੇ ਆ ਤੇ ਇੱਕ ਬਿਜ਼ਨਸ ਪੁਆਇੰਟ ਆਫ ਵਿਊ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਅਗਰ ਬੁਰਜ ਖਲੀਫਾ ਦੇ ਨੀਚੇ ਹੀ ਮਿਜ਼ਾਈਲਾਂ ਦੇ ਅਟੈਕ ਹੋ ਰਹੇ ਨੇ, ਉਸ ਤੋਂ ਬਾਅਦ ਅਸੀਂ ਪਾਮ ਜੁਮੇਰਾ ਤੇ ਦੇਖਿਆ ਕਿ ਮਿਜ਼ਾਈਲ ਦੇ ਅਟੈਕ ਹੋ ਰਹੇ ਨੇ, ਤੇ ਉੱਥੇ ਜਿਹੜੇ ਬਿਜ਼ਨਸ ਫਟਰਨਿਟੀ ਦੇ ਜਿਹੜੇ ਲੋਕ ਨੇ ਉਹ ਇਸ ਨੂੰ ਕਿਵੇਂ ਦੇਖ ਰਹੇ ਨੇ? ਕਿ ਯੂਏਈ ਇੱਕ ਸੇਫ ਡੈਸਟੀਨੇਸ਼ਨ ਰਹੇਗਾ ਆਉਣ ਵਾਲੇ ਸਮੇਂ ਦੇ ਵਿੱਚ ਬਿਜ਼ਨਸਮੈਨ ਦੇ ਲਈ ਇੱਕ ਇਨਵੈਸਟਮੈਂਟ ਦੇ ਤੌਰ ਤੇ? ਜੀ ਭਾਜੀ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜੇ 2-3 ਦਿਨ ਤੋਂ ਬਾਅਦ ਸਿਚੁਏਸ਼ਨ ਹੁੰਦੀ ਆ ਫਿਰ ਇਸ ਚੀਜ਼ ਦਾ ਇਫੈਕਟ ਜਿਹੜਾ ਉਹ ਜ਼ਿਆਦਾ ਪੈਗਾ। ਨਹੀਂ ਤੇ ਇਸ ਟਾਈਮ ਤੇ ਐਕਚੁਅਲ ਦੇ ਵਿੱਚ ਯੂਏਈ, ਈਰਾਨ, ਇਹਨਾਂ ਦੇ ਆਪਣੇ ਰਿਲੇਸ਼ਨਸ ਬਹੁਤ ਅੱਛੇ ਨੇ। ਇਹਨਾਂ ਦੇ ਵਿੱਚ ਆਪਸ ਵਿੱਚ ਕੋਈ ਕੰਟਰੀਜ਼ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਅੱਜ ਜੇ ਈਰਾਨ ਅਟੈਕ ਕਰ ਰਿਹਾ ਤੇ ਉਹਦਾ ਰੀਜ਼ਨ ਇਹ ਹੈ ਕਿ ਇੱਥੇ ਯੂਐਸ ਦੀ ਆਰਮੀ ਹੈ। ਉਹ ਜਿਹੜੀ ਜਗ੍ਹਾ ਤੇ ਇਹਨਾਂ ਦੇ ਬੇਸ ਬਣੇ ਹੋਏ ਨੇ ਯੂਐਸ ਦੇ,
ਆਰਮੀ ਬੇਸ ਬਣੇ ਹੋਏ ਨੇ, ਟਰਾਈ ਉੱਥੇ ਉਸ ਜਗ੍ਹਾ ਦੇ ਉੱਪਰ ਟਰਾਈ ਕੀਤੀ ਜਾ ਰਹੀ ਹੈ ਕਿ ਥੋੜਾ ਬਹੁਤਾ ਜਿਹੜਾ ਉਹ ਕਹਿ ਲਓ ਕਿ ਡਰ ਦਾ ਮਾਹੌਲ ਪੈਦਾ ਕਰਨ ਲਈ ਜਾਂ ਇਹਨਾਂ ਚੀਜ਼ਾਂ ਨੂੰ ਰੋਕਣ ਲਈ। ਅਦਰਵਾਈਜ਼ ਕੰਟਰੀ ਟੂ ਕੰਟਰੀ ਇਹਨਾਂ ਦੀ ਆਪਸ ਵਿੱਚ ਕੋਈ ਇਦਾਂ ਦੀ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ। ਸੋ ਜਿਹੜਾ ਲੰਬੇ ਟਾਈਮ ਦੇ ਲਈ ਇਹ ਚੱਲੇਗਾ ਤਾਂ ਆਬਵੀਅਸਲੀ ਬਿਜ਼ਨਸ ਤੇ ਬਹੁਤ ਇਫੈਕਟ ਪਏਗਾ, ਬਟ ਐਜ਼ ਆ ਸੇਫਟੀ ਕੰਸਰਨ ਅਜੇ ਤੱਕ ਜੋ ਗਵਰਨਮੈਂਟਸ ਨੇ ਇਹ ਬਹੁਤ ਹੀ ਅੱਛੇ ਤਰੀਕੇ ਨਾਲ ਅੰਡਰ ਕੰਟਰੋਲ ਆ, ਕਿਸੇ ਚੀਜ਼ ਦੀ ਪੈਨਿਕ ਵਾਲੀ ਸਿਚੁਏਸ਼ਨ ਨਹੀਂ ਹੋਣ ਦਿੱਤੀ, ਔਰ ਬੜੇ ਲੋਕ ਅੱਜ ਵੀ ਵਿਜ਼ਟਰ ਜਿਹੜੇ ਉਹ ਉਸੇ ਤਰੀਕੇ ਨਾਲ ਘੁੰਮ ਰਹੇ ਨੇ। ਇਸ ਤਰ੍ਹਾਂ ਦਾ ਕੋਈ ਮਾਹੌਲ ਲੱਗ ਨਹੀਂ ਰਿਹਾ ਅਜੇ।